सतनाम श्री वाहेगुरु जी। आसा महला पहला। सुन बड़ा आखै सब कोए, केवड बड़ा डीठा होए। सुन बड़ा आखै सब कोए, केवड बड़ा डीठा होए। कीमत पाए ना कहया जाए, कहने वाले तेरे रह समाए। वड्डे मेरे साहिबा गहर गंभीरा, गुणी गहीरा। कोई ना जाने तेरा केता के बड़ चीरा। रहाओ सब सुरती मिल सुरत कमाई, सब कीमत मिल कीमत पाई। ज्ञानी ध्यानी गुर गुर हाई, कहन ना जाई तेरी तिल वड्याई। सब सत सब तप सब चंगियाइया, सिद्धा पुरखा किया वड्याइया। तुद बिन सिद्धि किनै ना पाइया, कर्म मिलै नाहि ठाक रहाइया। आखण वाला क्या बेचारा, सिफती भरे तेरे भंडारा। जिस तू देह तिसै क्या चारा, नानक सच सवारण हारा। जिस तू देह तिसै क्या चारा, नानक सच सवारण हारा। सुन वड्डा आखै सब कोए। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई। गुरु खालसा साध संगत जीओ, सतगुरु ने अपार बख्शिश कीती। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। जिस पावन गुरबाणी दी आप संगतां लड़ीवार कथा सरवण कर रहे हो। पंचम पातशाह गुरु अर्जन देव महाराज दे चरणां विच एक वार गुरसिखां ने सवाल कीता सी, सच्चे पातशाह कथा दा महात्म की है? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਪਏ ਸੁਖ ਸੈਲ। ਜਦੋਂ ਅਸੀਂ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸੁਣਦੇ ਹਾਂ, ਇਹਦੇ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ। ਕਿਉਂਕਿ ਇੱਕ ਵਾਹਿਗੁਰੂ ਦੀ ਦਾਤ ਪਾਣੀ ਹੈ, ਜਿਸ ਨੂੰ ਹਜ਼ੂਰ ਨੇ ਪਾਣੀ ਪਿਤਾ ਵੀ ਆਖਿਆ ਹੈ। ਪਾਣੀ ਵਿੱਚ ਇਹ ਗੁਣ ਹੈ, ਉਹ ਸਾਡੇ ਤਨ ਦੀ ਮੈਲ ਨੂੰ ਧੋਂਦਾ ਹੈ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੋਖੇ। ਦੂਜੀ ਹੈ ਅਮੋਲਕ ਦਾਤ ਸਤਿਗੁਰੂ ਦੀ ਬਾਣੀ। ਪਾਣੀ ਤੇ ਬਾਣੀ, ਬਾਣੀ ਸਤਿਗੁਰੂ ਦੀ ਬਹੁਤ ਵੱਡੀ ਅਮੋਲਕ ਦਾਤ ਹੈ। ਪਾਣੀ ਸਾਡੇ ਜੀਵਨ ਦਾ ਆਧਾਰ ਵੀ ਹੈ।
ਇਸੇ ਤਰ੍ਹਾਂ ਗੁਰਸਿੱਖ ਦੇ ਜੀਵਨ ਦਾ ਆਧਾਰ ਸਤਿਗੁਰੂ ਦੀ ਬਾਣੀ ਹੈ ਔਰ ਇਹ ਬਾਣੀ ਸਾਡੀ ਮਨ ਦੀ ਮੈਲ ਨੂੰ ਵੀ ਦੂਰ ਕਰਦੀ ਹੈ। ਜਦੋਂ ਕੋਈ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਪਿਆਰ ਤੇ ਇਕਾਗਰਤਾ ਦੇ ਨਾਲ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਸਰਵਣ ਕਰਦਾ ਹੈ ਔਰ ਉਹਦੀ ਨਾਲ ਦੀ ਨਾਲ ਮੈਲ ਵੀ ਧੋਤੀ ਜਾਂਦੀ ਹੈ। ਇੱਕ ਵਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਵੀ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਸੱਚੇ ਪਾਤਸ਼ਾਹ, ਸਾਡੇ ਇਸ ਮਨ ਦੇ ਅੰਦਰ ਬਹੁਤ ਹੀ मैल भरी हुई है, जन्म जन्म की इस मन को मल लागी, काला होआ स्याहो, इनू किवें साफ किया जावे। धन गुरु नानक देव महाराज सच्चे पातशाह ने आखिया सी, ऐ गुरु प्यारी साध संगत जी, सतगुरु दी बाणी ही एक ऐसी अमोलक दात है ਜਿਹਦੇ ਨਾਲ ਤੁਸੀਂ ਆਪਣੀ ਅੰਦਰਲੀ ਮੈਲ ਨੂੰ ਧੋ ਸਕਦੇ ਹੋ। ਕਿਉਂ ਬਾਹਰਲੀ ਮੈਲ ਨੂੰ ਧੋਣ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਪਾਣੀ ਸਿਰਜਿਆ ਹੈ ਤੇ ਅੰਦਰਲੀ ਮੈਲ ਨੂੰ ਧੋਣ ਲਈ ਸਤਿਗੁਰੂ ਨੇ ਪਵਿੱਤਰ ਬਾਣੀ ਦੀ ਰਚਨਾ ਕੀਤੀ। ਹਰ ਗੁਰਸਿੱਖ ਮਾਈ ਭਾਈ ਨੂੰ ਅੰਮ੍ਰਿਤ ਵੇਲੇ ਪਾਣੀ ਤੇ ਬਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰੇ ਤੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇ, ਨਿਤਨੇਮ ਕਰੇ। ਇਸ ਤਰ੍ਹਾਂ ਬਾਣੀ ਤੇ ਪਾਣੀ ਦੇ ਪ੍ਰਯੋਗ ਦੇ ਨਾਲ ਸਾਡਾ ਤਨ ਵੀ ਨਿਰਮਲ ਹੋ ਜਾਂਦਾ ਹੈ ਤੇ ਮਨ ਵੀ ਨਿਰਮਲ ਹੋ ਜਾਂਦਾ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੇ ਬਚਨਾਂ ਦੇ ਅਨੁਸਾਰ ਅੰਮ੍ਰਿਤ ਵੇਲੇ ਪਾਣੀ ਤੇ ਬਾਣੀ ਦਾ ਪ੍ਰਯੋਗ ਕਰਦੇ ਹਨ, ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਨਿਤਨੇਮ ਕਰਦੇ ਹਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਆਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਇਹਦੇ ਨਾਲ ਤਨ ਤੇ ਮਨ ਆਰੋਗ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਸੋਦਰ ਦੀ ਬਾਣੀ, ਜਿਸ ਨੂੰ ਆਪਾਂ ਰਹਿਰਾਸ ਸਾਹਿਬ ਜੀ ਦਾ ਪਾਠ ਵੀ ਕਹਿੰਦੇ ਹਾਂ, ਉਹਦੀ ਕਥਾ ਆਰੰਭ ਹੈ। ਆਪ ਸੰਗਤਾਂ ਨੇ ਕੱਲ ਸਰਵਣ ਕੀਤਾ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਚੁੱਭੀ ਮਾਰ ਕੇ ਵਾਹਿਗੁਰੂ ਦੇ ਪਾਸ ਸੱਚਖੰਡ ਵਿੱਚ ਗਏ ਔਰ ਉੱਥੇ ਅਕਾਲ ਪੁਰਖ ਦੇ ਸਨਮੁਖ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਤੇ ਨਾਲ ਹੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਤੇ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰਕੇ ਜਦੋਂ ਵਾਪਸ ਮੁੜ ਕੇ ਆਏ ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਦੀ ਵੱਡੀ ਭੈਣ, ਜਿਸ ਨੂੰ ਬੇਬੇ ਨਾਨਕੀ ਜੀ ਆਖਿਆ ਜਾਂਦਾ ਹੈ, ਉਹਨਾਂ ਦਾ ਸਤਿਗੁਰੂ ਦੇ ਨਾਲ ਪਿਆਰ ਵੀ ਬੜਾ ਸੀ ਤੇ ਭਰੋਸਾ ਵੀ ਕਮਾਲ ਦਾ ਸੀ। ਜਦੋਂ ਸਤਿਗੁਰੂ ਬਈ ਨਦੀ ਵਿੱਚ ਚੁੱਭੀ ਮਾਰ ਕੇ 3 ਦਿਨ ਆਲੋਪ ਹੋ ਗਏ ਤਾਂ ਸਾਰਿਆਂ ਦੇ ਮਨ ਡੋਲ ਗਏ, ਪਰ ਬੇਬੇ ਨਾਨਕੀ ਦਾ ਮਨ ਹੀ ਸਥਿਰ ਰਿਹਾ। ਉਸ ਨੇ ਆਪਣੇ ਪਤੀ ਜੈ ਰਾਮ ਜੀ ਨੂੰ ਆਖਿਆ ਸੀ ਕਿ ਐ ਪਤੀ ਦੇਵ ਜੀ, ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਈ ਇਨਸਾਨ ਨਹੀਂ, ਮਾਨੋ ਕਾਕਾ ਰੂਪ ਨਾ ਜਾਣ, ਮਿਲੀ ਨਮਾਣੇ ਮਾਣ। ਉਹ ਤੇ ਆਪ ਪਰਮੇਸ਼ਰ ਰੂਪ ਸਤਿਗੁਰੂ ਨੇ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਮੇਰੇ ਪਾਤਸ਼ਾਹ, ਮੇਰੇ ਭਰਾਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਾਣੀ ਕਦੀ ਵੀ ਡੁਬੋ ਨਹੀਂ ਸਕਦਾ, ਅੱਗ ਕਦੀ ਸਾੜ ਨਹੀਂ ਸਕਦੀ,
ਹਵਾ ਕਦੇ ਉਡਾ ਨਹੀਂ ਸਕਦੀ, ਮਿੱਟੀ ਵੀ ਕੋਈ ਉਹਨਾਂ ਦਾ ਨੁਕਸਾਨ ਨਹੀਂ ਕਰ ਸਕਦੀ। ਕਿਉਂ? ਉਹ ਪਰਮੇਸ਼ਰ ਰੂਪ ਨੇ। ਸਭ ਕੁਝ ਉਹਨਾਂ ਦੇ ਹੁਕਮ ਦੇ ਵਿੱਚ ਹੈ। ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲਖ ਦਰਿਆਓ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਭਾਰ। ਇਉਂ ਬੇਬੇ ਨਾਨਕੀ ਜੀ ਸਾਰਿਆਂ ਨੂੰ ਦਿਲਾਸਾ ਦਿੰਦੇ ਰਹੇ। ਤੀਸਰੇ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪ੍ਰਗਟ ਹੋਏ, ਬੇਬੇ ਨਾਨਕੀ ਜੀ ਬੜੀ ਤਾਂਘ ਦੇ ਨਾਲ ਸਤਿਗੁਰੂ ਦੇ ਦਰਸ਼ਨਾਂ ਨੂੰ ਚਾਹ ਰਹੀ ਸੀ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਿੱਧੇ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਨੇ। ਬੇਬੇ ਜੀ ਨੇ ਬੜੇ ਸਤਿਕਾਰ ਦੇ ਨਾਲ ਸਤਿਗੁਰੂ ਦੇ ਲਈ ਮੰਜਾ ਡਾਹਿਆ, ਕਪੜਾ ਵਿਛਾਇਆ ਤੇ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਨੂੰ ਬੈਠਾ ਕੇ ਪੁੱਛਣ ਲੱਗੀ ਕਿ ਐ ਮੇਰੇ ਨਿਰੰਕਾਰੀ ਨਾਨਕ, ਐ ਮੇਰੇ ਪਰਮੇਸ਼ਰ ਰੂਪ ਭਰਾਤਾ ਜੀਓ, ਆਪ 3 ਦਿਨ ਕਿੱਥੇ ਗਏ ਸੋ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਬੇਬੇ ਨਾਨਕੀ ਜੀ, ਅਸੀਂ ਆਪਣੇ ਮਾਲਕ ਉਸ ਨਿਰੰਕਾਰ ਦੇ ਦਰਸ਼ਨ ਕਰਨ ਵਾਸਤੇ ਗਏ ਸਾਂ। ਬੇਬੇ ਨਾਨਕੀ ਜੀ ਬੜੇ ਹੈਰਾਨ ਹੋਏ। ਕਹਿਣ ਲੱਗੇ, ਤੁਸੀਂ ਮੈਨੂੰ ਵੀ ਉਹਦੇ ਬਾਰੇ ਕੁਝ ਦੱਸੋਗੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਲਓ ਭੈਣ ਜੀ ਸੁਣੋ, ਅਸੀਂ ਤੁਹਾਨੂੰ ਉਹਦੇ ਬਾਰੇ ਕੁਝ ਦੱਸ ਰਹੇ ਹਾਂ। ਇਹ ਜਿਹੜਾ ਦੂਸਰਾ ਸ਼ਬਦ ਹੈ ਰਹਿਰਾਸ ਸਾਹਿਬ ਜੀ ਦਾ, ਇਹ ਬੇਬੇ ਨਾਨਕੀ ਜੀ ਦੇ ਪ੍ਰਥਾਏ ਉਚਾਰਨ ਕੀਤਾ ਦੱਸਿਆ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬੇਬੇ ਨਾਨਕੀ ਜੀ ਨੇ ਇਹ ਆਖਿਆ, ਮਹਾਰਾਜ ਕੁਝ ਮੈਨੂੰ ਵੀ ਦੱਸ ਸਕਦੇ ਹੋ ਉਸ ਨਿਰੰਕਾਰ ਦੇ ਬਾਰੇ, ਉਸ ਅਕਾਲ ਪੁਰਖ ਦੇ ਬਾਰੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਸੁਰਤ ਨਿਰੰਕਾਰ ਦੇ ਨਾਲ ਜੁੜੀ ਹੈ ਇਹ ਪਵਿੱਤਰ ਬਚਨ ਉਚਾਰਨ ਕੀਤੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ, ਇਹ ਸ਼ਬਦ ਵਿੱਚ ਪਹਿਲੀ ਵਾਰੀ ਰਹਾਉ ਆਇਆ, ਕਿਉਂਕਿ ਜਪਜੀ ਸਾਹਿਬ ਜੀ ਦੇ ਅੰਦਰ ਨਾ ਕੋਈ ਮਹੱਲਾ ਨਾ ਹੀ ਰਾਗ ਆਇਆ ਹੈ। ਅਖੀਰ ਤੇ ਸ਼ਲੋਕ ਸਤਿਗੁਰੂ ਮਹਾਰਾਜ ਨੇ ਜ਼ਰੂਰ ਲਿਖਿਆ। ਸ਼ਲੋਕ ਕਾਵ ਰਚਨਾ ਵਿੱਚ ਛੰਦ ਦਾ ਨਾਮ ਹੈ। ਸੋਦਰ ਬਾਣੀ ਦੇ ਉੱਪਰ ਰਾਗ ਆਸਾ ਮਹੱਲਾ ਪਹਿਲਾ, ਰਾਗ ਆਸਾ ਦਾ ਜ਼ਿਕਰ ਕੀਤਾ ਹੈ ਤੇ ਨਾਲ ਮਹੱਲੇ ਦਾ ਜ਼ਿਕਰ ਕੀਤਾ ਹੈ, ਪਰ ਸੋਦਰ ਬਾਣੀ ਦੇ ਅੰਦਰ ਰਹਾਉ ਦਾ ਜ਼ਿਕਰ ਨਹੀਂ ਹੋਇਆ। ਗੁਰਬਾਣੀ ਦੇ ਅੰਦਰ ਪਹਿਲੀ ਵਾਰੀ ਰਹਾਉ ਦਾ ਜ਼ਿਕਰ ਇਹ ਸ਼ਬਦ ਵਿੱਚ ਹਜ਼ੂਰ ਨੇ ਕੀਤਾ ਹੈ। ਇਸ ਰਹਾਉ ਸ਼ਬਦ ਦੇ ਬਾਰੇ ਮਹਾਂਪੁਰਖ ਦੱਸਦੇ ਹਨ, ਰਹਾਉ ਦਾ ਮਤਲਬ ਹੈ ਟਿਕਾਓ। ਜਦੋਂ ਰਾਗੀ ਸਿੰਘ ਸ਼ਬਦ ਗਾਇਨ ਕਰਦੇ ਹਨ ਔਰ ਉਹ ਅਸਥਾਈ ਤੇ ਅੰਤਰਾ ਦੋ ਭਾਗ ਉਹਨਾਂ ਦੀ ਰੀਤ ਵਿੱਚ ਔਰ ਉਹਨਾਂ ਦੀ ਧੁਨ ਵਿੱਚ ਆਲਾਪੇ ਜਾਂਦੇ ਹਨ। ਅਸਥਾਈ ਉਸ ਨੂੰ ਕਹਿੰਦੇ ਹਨ ਜਿਸ ਨੂੰ ਬਾਰ-ਬਾਰ ਗਾਇਨ ਕੀਤਾ ਜਾਂਦਾ ਹੈ। ਜਿਹੜੀ ਅਸਥਾਈ ਦੀ ਪੰਕਤੀ ਹੁੰਦੀ ਹੈ, ਜਿਸ ਨੂੰ ਬਾਰ-ਬਾਰ ਗਾਇਆ ਜਾਂਦਾ ਹੈ, ਜਿੱਥੇ ਆ ਕੇ ਰਾਗੀ ਸਿੰਘ ਠਹਿਰਾਓ ਕਰਦੇ ਨੇ, ਟਿਕਾਓ ਕਰਦੇ ਨੇ, ਬਾਰ-ਬਾਰ ਉਸ ਪੰਕਤੀ ਦਾ ਉਚਾਰਨ ਕਰਦੇ ਹਨ, ਉਸ ਨੂੰ ਕਹਿੰਦੇ ਨੇ ਰਹਾਉ। ਜਿਹੜੇ ਪੁਰਾਤਨ ਗੁਰਬਾਣੀ ਸੰਗੀਤ ਦੇ ਜਾਣਕਾਰ ਰਾਗੀ ਸਿੰਘ ਸਨ, ਉਹ ਜਦੋਂ ਵੀ ਸ਼ਬਦ ਗਾਇਨ ਕਰਦੇ ਸਨ, ਉਹ ਰਹਾਉ ਦੀਆਂ ਪੰਕਤੀਆਂ ਤੋਂ ਇਹਨਾਂ ਨੂੰ ਅਸਥਾਈ ਦਾ ਰੂਪ ਸਮਝ ਕੇ ਇਹਨਾਂ ਪੰਕਤੀਆਂ ਤੋਂ ਹੀ ਸ਼ਬਦ ਗਾਇਨ ਆਰੰਭ ਕਰਦੇ ਸਨ। ਪਰ ਹੁਣ ਰਾਗੀ ਸਿੰਘ ਆਪੋ ਆਪਣੀ ਮਰਜ਼ੀ ਅਨੁਸਾਰ ਕਿਸੇ ਸ਼ਬਦ ਦੀ ਟੇਕ ਰੱਖ ਕੇ ਵੀ ਸ਼ਬਦ ਗਾਇਨ ਲੱਗ ਪਏ ਹਨ। ਪਰ ਜਿਹੜੀ ਪੁਰਾਤਨ ਕੀਰਤਨ ਦੀ ਮਰਜ਼ਾਦਾ ਹੈ,
ਔਰ ਉਹਦੇ ਆਧਾਰ ਤੇ ਰਹਾਉ ਦੀਆਂ ਪੰਕਤੀਆਂ ਤੋਂ ਹੀ ਕੀਰਤਨ ਆਰੰਭ ਕਰਨਾ ਚਾਹੀਦਾ ਹੈ, ਕਿਉਂਕਿ ਰਹਾਉ ਦੀਆਂ ਪੰਕਤੀਆਂ ਅਸਥਾਈ ਦੀਆਂ ਪੰਕਤੀਆਂ ਦੇ ਰੂਪ ਦੇ ਵਿੱਚ ਸਤਿਗੁਰੂ ਨੇ ਉਚਾਰਨ ਕੀਤੀਆਂ ਨੇ। ਰਹਾਉ ਦਾ ਸੰਬੰਧ ਸੰਗੀਤ ਦੇ ਨਾਲ ਹੈ। ਦੂਸਰਾ ਜਿਹੜਾ ਰਹਾਉ ਦਾ ਸੰਬੰਧ ਹੈ ਉਹ ਰਹਾ ਦੇ ਨਾਲ ਹੈ। ਜਿਵੇਂ ਆਪਾਂ ਆਮ ਇਹ ਗੱਲ ਕਹਿ ਦਿੰਦੇ ਹਾਂ ਬਈ ਫਲਾਣੇ ਦਾ ਰਹਾ ਬੜਾ ਸੋਹਣਾ ਹੈ। ਰਹਾ ਤੋਂ ਮੁਰਾਦ ਹੈ ਸੁਰ ਤਾਲ ਦੀ, ਉਸ ਦੀ ਲੈਅ ਦੀ ਔਰ ਉਸ ਦੀ ਸਰਲਤਾ ਦੀ, ਵੀ ਫਲਾਣੇ ਦਾ ਰਹਾ ਬੜਾ ਸੁੰਦਰ ਹੈ। ਹਜ਼ੂਰ ਕਹਿੰਦੇ ਰਹਾਉ ਦਾ ਅਰਥ ਹੈ ਰਹਾ ਵਾਲੀਆਂ ਪੰਕਤੀਆਂ, ਜਿਹਦੇ ਵਿੱਚ ਬਾਰ-ਬਾਰ ਸੁਰੀਲਾ ਸ਼ਬਦ ਗਾਇਨ ਕੀਤਾ ਜਾਵੇ, ਉਸ ਨੂੰ ਵੀ ਰਹਾਉ ਆਖਿਆ ਜਾਂਦਾ ਹੈ। ਸਿਧਾਂਤਕ ਪੱਖ ਤੋਂ ਮਹਾਂਪੁਰਖ ਇਹ ਵਿਚਾਰ ਦੱਸਦੇ ਹਨ ਬਈ ਜਿਸ ਸ਼ਬਦ ਨੂੰ ਸਤਿਗੁਰੂ ਮਹਾਰਾਜ ਨੇ ਰਹਾਉ ਲਿਖਿਆ ਹੈ ਔਰ ਉਸ ਪੰਕਤੀਆਂ ਦੇ ਅੰਦਰ ਸ਼ਬਦ ਦਾ ਕੇਂਦਰੀ ਭਾਵ ਵੀ ਸਤਿਗੁਰੂ ਮਹਾਰਾਜ ਨੇ ਰੱਖਿਆ ਹੁੰਦਾ ਹੈ। ਜੇ ਗੁਰਬਾਣੀ ਦਾ ਕੀਰਤਨ ਕਰਨਾ ਹੋਵੇ ਤਾਂ ਵੀ ਇਹਨਾਂ ਪੰਕਤੀਆਂ ਤੋਂ ਹੀ ਆਰੰਭ ਕਰਨਾ ਚਾਹੀਦਾ ਹੈ। ਜੇ ਗੁਰਬਾਣੀ ਦੀ ਕਥਾ ਵਿਚਾਰ ਕਰਨੀ ਹੋਵੇ ਤਾਂ ਵੀ ਰਹਾਉ ਦੀਆਂ ਪੰਕਤੀਆਂ ਤੋਂ ਅਰਥ ਪ੍ਰਾਰੰਭ ਕੀਤਾ ਜਾਵੇ ਤੇ ਸਾਰੀ ਲੜੀ ਸੁਖੇਨ ਢੰਗ ਦੇ ਨਾਲ ਜੁੜ ਜਾਂਦੀ ਹੈ, ਕਿਉਂਕਿ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਲਈ ਵਿਦਵਾਨਾਂ ਨੇ ਇਸ ਨੂੰ ਸਨਾਬੀ ਟੀਕਾ ਵੀ ਆਖਿਆ ਹੈ। ਸਨਾਬੀ ਟੀਕਾ ਤੋਂ ਮੁਰਾਦ ਉਹ ਸਿਧਾਂਤ ਜਿਸ ਦੇ ਆਲੇ ਦੁਆਲੇ ਸਾਰੇ ਸ਼ਬਦ ਦੀ ਵਿਚਾਰ ਘੁੰਮਦੀ ਹੋਵੇ, ਉਸ ਨੂੰ ਸਨਾਬੀ ਟੀਕਾ ਕਹਿੰਦੇ ਨੇ। ਸੋ ਰਹੁ ਵਿਚਾਰ ਇੱਥੇ ਪਹਿਲੀ ਵਾਰੀ ਰਹਾਉ ਆਇਆ, ਇਸ ਲਈ ਰਹਾਉ ਦੀ ਵਿਚਾਰ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਵੇਦਨ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਇਹ ਪਵਿੱਤਰ ਵਾਕ ਉਚਾਰਨ ਕਰ ਰਹੇ ਹਨ। ਵੱਡੇ ਮੇਰੇ ਸਾਹਿਬ, ਐ ਮੇਰੇ ਵੱਡੇ ਸਾਹਿਬ, ਐ ਮੇਰੇ ਵੱਡੇ ਪਾਤਸ਼ਾਹ ਅਕਾਲ ਪੁਰਖ, ਜਿਸ ਨੂੰ ਪਿੱਛੇ ਆਖਿਆ ਸੀ ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਵੱਡਾ ਸ਼ਹਿਨਸ਼ਾਹ ਹੈ, ਉਸ ਨੂੰ ਵੱਡੇ ਮੇਰੇ ਸਾਹਿਬਾ ਸ਼ਬਦ ਦੁਆਰਾ ਸੰਬੋਧਨ ਕਰ ਰਹੇ ਨੇ। ਗਹਿਰ ਗੰਭੀਰਾ ਗੁਣੀ ਗਹੀਰਾ, ਐ ਮੇਰੇ ਵੱਡੇ ਸਾਹਿਬ ਪਾਤਸ਼ਾਹ ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਅਕਾਲ ਪੁਰਖ ਵਾਹਿਗੁਰੂ, ਤੂੰ ਗਹਿਰ ਸਮੁੰਦਰ ਵਾਂਗੂ ਨਿਰਹਲ ਹੈ ਤੇ ਗੰਭੀਰਾ ਬਹੁਤ ਡੂੰਘਾ ਹੈ, ਤੇਰਾ ਜਿਗਰਾ ਵੀ ਬਹੁਤ ਡੂੰਘਾ ਹੈ। ਗੁਣੀ ਗਹੀਰਾ, ਤੂੰ ਸਾਰੇ ਹੀ ਗੁਣਾਂ ਦਾ ਗਹੀਰਾ ਖਜ਼ਾਨਾ ਹੈ, ਤੂੰ ਸਾਰੇ ਗੁਣਾਂ ਦਾ ਭੰਡਾਰ ਹੈ, ਤੂੰ ਸਾਰੇ ਗੁਣਾਂ ਦਾ ਜ਼ਖੀਰਾ ਹੈ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਹੇ ਵਾਹਿਗੁਰੂ, ਕੋਈ ਵੀ ਵਿਅਕਤੀ ਇਸ ਗੱਲ ਨੂੰ ਨਹੀਂ ਜਾਣ ਸਕਦਾ ਤੇਰਾ ਕੀਤਾ ਕੇਵੜ ਚੀਰਾ। ਇਹ ਜੋ ਤੇਰਾ ਚੀਰਾ ਦਾ ਅਰਥ ਹੈ ਪਸਾਰਾ, ਚੀਰਾ ਦਾ ਅਰਥ ਹੈ ਵਿਸਤਾਰ। ਇਹ ਸੰਸਾਰ ਦਾ ਕਿਤਨਾ ਕੁ ਵੱਡਾ ਤੁਸਾਂ ਪਸਾਰਾ ਕੀਤਾ ਹੈ, ਇਸ ਦਾ ਕਿਤਨਾ ਕੁ ਵੱਡਾ ਫੈਲਾਓ ਹੈ, ਇਹ ਕਿਤਨਾ ਕੁ ਵੱਡਾ ਇਸ ਦਾ ਵਿਸਤਾਰ ਹੈ। ਕੋਈ ਨਾ ਜਾਣਾ, ਇਸ ਗੱਲ ਨੂੰ ਕੋਈ ਵੀ ਨਹੀਂ ਜਾਣ ਸਕਦਾ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਆਖਿਆ ਸੀ ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ। ਜਿਤਨੇ ਵੀ ਰਿਸ਼ੀ ਮੁਨੀ ਅਵਤਾਰ ਪੀਰ ਪੈਗੰਬਰ ਬੜੇ ਬੜੇ ਸਿਆਣੇ ਉਸ ਵਾਹਿਗੁਰੂ ਦੀ ਰਚਨਾ ਦਾ ਓੜਕ ਲੱਭਦੇ ਓੜਕ ਨੂੰ ਥੱਕ ਹੀ ਗਏ, ਉਹਨਾਂ ਨੂੰ ਕੁਝ ਵੀ ਪਤਾ ਨਾ ਲੱਗ ਸਕਿਆ, ਕਿਉਂਕਿ ਵਾਹਿਗੁਰੂ ਦੀ ਸ੍ਰਿਸ਼ਟੀ ਬੇਅੰਤ ਹੈ, ਕੋਈ ਵੀ ਨਹੀਂ ਸੰਪੂਰਨ ਤੌਰ ਤੇ ਉਸ ਨੂੰ ਜਾਣ ਸਕਦਾ। ਇਸੇ ਲਈ ਸੋਦਰ ਦੀ ਬਾਣੀ ਵਿੱਚ ਵੀ ਹਜ਼ੂਰ ਨੇ ਇਹੀ ਗੱਲ ਆਖੀ ਸੀ, ਹੋਰ ਕੀਤੇ ਤੁਧ ਨੂੰ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਪਤਾ ਨਹੀਂ ਹੋਰ ਕਿੰਨੇ ਤੇਰੇ ਜਸ ਨੂੰ ਗਾਉਂਦੇ ਨੇ, ਉਹ ਮੇਰੇ ਚੇਤੇ ਵੀ ਨਹੀਂ ਆਉਂਦੇ,
ਤੇ ਮੈਂ ਉਹਨਾਂ ਦੀ ਵਿਚਾਰ ਕੀ ਦੱਸ ਸਕਦਾ ਹਾਂ। ਉਸ ਵਾਹਿਗੁਰੂ ਦਾ ਕਿਤਨਾ ਕੁ ਵੱਡਾ ਪਸਾਰਾ ਹੈ, ਕਿਤਨਾ ਕੁ ਵੱਡਾ ਉਸ ਦਾ ਇਹ ਵਿਸਥਾਰ ਹੈ ਸੰਸਾਰ ਦਾ, ਇਹਨੂੰ ਕੋਈ ਵੀ ਨਹੀਂ ਜਾਣ ਸਕਦਾ। ਹਜ਼ੂਰ ਵਾਹਿਗੁਰੂ ਦੇ ਸਨਮੁਖ ਕਹਿ ਰਹੇ ਨੇ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। हे ਵਾਹਿਗੁਰੂ ਜੀ, ਕੋਈ ਵੀ ਇਸ ਗੱਲ ਨੂੰ ਜਾਣ ਨਹੀਂ ਸਕਦਾ ਕਿ ਤੇਰਾ ਕਿਤਨਾ ਕੁ ਵੱਡਾ ਇਸ ਸੰਸਾਰ ਦਾ ਫੈਲਾਓ ਹੈ, ਪਸਾਰਾ ਹੈ ਅਥਵਾ ਵਿਸਥਾਰ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਬੇਬੇ ਨਾਨਕੀ ਜੀ ਦੇ ਬੇਨਤੀ ਕਰਨ ਤੋਂ ਇਹ ਪਾਵਨ ਪਵਿੱਤਰ ਸ਼ਬਦ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਸੁਣ ਵੱਡਾ ਆਖੈ ਸਭ ਕੋਏ। हे ਵਾਹਿਗੁਰੂ ਜੀ, ਐ ਮੇਰੇ ਵੱਡੇ ਪਾਤਸ਼ਾਹ, ਸੁਣ ਕੇ ਸਭ ਕੋਈ, ਹਰ ਆਦਮੀ ਤੈਨੂੰ ਵੱਡਾ ਆਖਦਾ ਹੈ। ਭਾਵ ਆਪਾਂ ਕਿਸੇ ਤੋਂ ਸੁਣ ਲਿਆ, ਸਾਥੋਂ ਕਿਸੇ ਦੂਸਰੇ ਨੇ ਸੁਣ ਲਿਆ। ਜਿੰਨੇ ਵੀ ਦੁਨੀਆ ਦੇ ਲੋਕ ਨੇ, ਚਾਹੇ ਉਹ ਮਹਾਂਪੁਰਖ ਨੇ, ਰਿਸ਼ੀ ਮੁਨੀ, ਪੀਰ ਪੈਗੰਬਰ ਨੇ, ਉਹ ਇੱਕ ਦੂਸਰੇ ਤੋਂ ਸੁਣ ਕੇ ਹੀ ਇਹ ਗੱਲ ਆਖ ਰਹੇ ਹਨ ਕਿ ਉਹ ਵਾਹਿਗੁਰੂ ਪਰਮੇਸ਼ਰ ਬਹੁਤ ਵੱਡਾ ਹੈ। ਕਿ ਇਸ ਤਰ੍ਹਾਂ ਸੁਣ ਕੇ ਜੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੱਡਾ ਆਖ ਵੀ ਲਈਏ, ਕੀ ਸਾਨੂੰ ਉਸ ਦੇ ਵੱਡੇਪਨ ਦਾ ਪਤਾ ਲੱਗ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਨਹੀਂ। ਠੀਕ ਹੈ, ਸੁਣ ਕੇ ਹਰ ਕੋਈ ਇਹ ਗੱਲ ਆਖਦਾ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਵੱਡਾ ਹੈ, ਬਹੁਤ ਹੀ ਵੱਡਾ ਹੈ, ਪਰ ਕੇਵਲ ਕਹਿਣ ਤੇ ਸੁਣਨ ਦੇ ਨਾਲ ਗੱਲ ਨਹੀਂ ਬਣ ਸਕਦੀ। ਕੇਵੜ ਵੱਡਾ ਡੀਠਾ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਡੀਠਾ ਹੋਏ। ਹਾਂ, ਜੇ ਕਿਸੇ ਨੇ ਉਸ ਨੂੰ ਤੱਕਿਆ ਹੋਵੇ, ਕੇਵੜ ਵੱਡਾ, ਉਹ ਕਿਤਨਾ ਕੁ ਵੱਡਾ ਹੈ, ਤਾਂ ਹੀ ਉਸ ਬਾਰੇ ਉਹ ਜਾਣ ਸਕਦਾ ਹੈ। ਪਰ ਜੇ ਕਿਸੇ ਨੇ ਉਸ ਨੂੰ ਵੇਖਿਆ ਹੀ ਨਹੀਂ ਤੇ ਕੇਵਲ ਸੁਣ ਕੇ ਹੀ ਵੱਡਾ ਆਖੀ ਜਾ ਰਿਹਾ ਹੈ, ਔਰ ਉਹਨੂੰ ਕਿਵੇਂ ਇਸ ਗੱਲ ਦਾ ਪਤਾ ਲੱਗ ਸਕਦਾ ਹੈ ਕਿ ਉਹ ਵਾਹਿਗੁਰੂ ਕਿਤਨਾ ਕੁ ਵੱਡਾ ਹੈ? ਇਹਦਾ ਮਤਲਬ ਇਹ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਉਸ ਨੂੰ ਵੇਖਿਆ ਹੈ, ਔਰ ਉਹਨੂੰ ਵੇਖ ਕੇ ਹੀ ਸੋਦਰ ਦੀ ਬਾਣੀ ਉਚਾਰਨ ਕੀਤੀ। ਇਹ ਵੀ ਸ਼ਬਦ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਹੀ ਆਖ ਰਹੇ ਨੇ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਹਜ਼ੂਰ ਕਹਿੰਦੇ, ਹੈ ਵਾਹਿਗੁਰੂ ਜੀ, ਸੁਣ ਕੇ ਤਾਂ ਹਰ ਕੋਈ ਤੈਨੂੰ ਵੱਡਾ ਆਖ ਰਿਹਾ ਹੈ, ਪਰ ਅਸਲੀ ਤੇ ਉਹੀ ਜਾਣ ਸਕਦਾ ਹੈ ਤੂੰ ਕਿਤਨਾ ਕੁ ਵੱਡਾ ਹੈ। ਡੀਠਾ ਹੋਏ ਜਿਸਨੇ ਆਪਣੀ ਅੱਖਾਂ ਦੇ ਨਾਲ ਵੇਖਿਆ ਹੋਵੇ। ਕੀਮਤ ਪਾਏ ਨਾ ਕਹਿਆ ਜਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ, ਕੀਮਤ ਪਾਏ ਨਾ ਕਹਿਆ ਜਾਏ। ਨਾ ਤੇ ਤੇਰੀ ਕੀਮਤ ਹੀ ਕੋਈ ਪਾ ਸਕਦਾ ਹੈ। ਕੀਮਤ ਤੋਂ ਮੁਰਾਦ ਹੈ, ਕੋਈ ਇਹ ਗੱਲ ਨਹੀਂ ਦੱਸ ਸਕਦਾ ਬਈ ਤੁਸੀਂ ਆਹ ਸਾਧਨ ਕਰ ਲਵੋ, ਇਹਦੇ ਨਾਲ ਤੁਹਾਨੂੰ ਰੱਬ ਮਿਲ ਸਕਦਾ। ਕੋਈ ਇਹ ਵੀ ਨਹੀਂ ਦੱਸ ਸਕਦਾ ਬਈ ਤੁਸੀਂ ਇੰਨਾ ਸਮਾਂ ਭਗਤੀ ਕਰ ਲਵੋ, ਤੁਹਾਨੂੰ ਪਰਮੇਸ਼ਰ ਮਿਲ ਜਾਵੇਗਾ। ਹਜ਼ੂਰ ਕਹਿੰਦੇ ਵੀ ਕੀਮਤ ਪਾਏ ਨਾ ਤੇ ਹੇ ਵਾਹਿਗੁਰੂ ਤੇਰੀ ਕੋਈ ਕੀਮਤ ਹੀ ਪਾ ਸਕਦਾ ਹੈ, ਵੀ ਕਿਹੜੇ ਸਾਧਨ ਦੇ ਬਦਲੇ ਤੂੰ ਪ੍ਰਾਪਤ ਹੋ ਸਕਦਾ ਹੈ, ਇਹਦੇ ਬਾਰੇ ਕੋਈ ਕੁਝ ਨਹੀਂ ਦੱਸ ਸਕਦਾ। ਨਾ ਕਹਿਆ ਜਾਏ ਤੇ ਨਾ ਹੀ ਤੇਰੀ ਕੀਮਤ, ਤੇਰਾ ਜਸ ਆਖਿਆ ਜਾ ਸਕਦਾ ਹੈ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਹਜ਼ੂਰ ਫਰਮਾਉਂਦੇ ਨੇ, ਕਹਿਣਾ, ਨਾਣੇ ਨੂੰ ਦੋ ਲਾਵਾਂ ਨੇ, ਕਹਿਣਾ ਵਾਲੇ ਤੇਰੇ ਰਹੇ ਸਮਾਏ।
हे ਵਾਹਿਗੁਰੂ ਜੀ, ਕਹਿਣ ਵਾਲੇ ਜਿਹੜੇ ਤੇਰੀ ਸਿਫਤ ਸਲਾਹ ਨੂੰ, ਤੇਰੇ ਜਸ ਨੂੰ ਕਹਿਣ ਵਾਲੇ ਨੇ। ਕਹਿਣ ਵਾਲੇ ਕੌਣ ਨੇ? ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ। ਉਹ ਜਿਵੇਂ ਜਿਵੇਂ ਤੇਰੇ ਜਸ ਨੂੰ ਆਖਦੇ ਨੇ ਤੇ ਫਿਰ ਉਹ ਤੇਰੇ ਵਿੱਚ ਹੀ ਉਹ ਸਮਾ ਜਾਂਦੇ ਨੇ, ਤੇਰੇ ਵਿੱਚ ਹੀ ਆਪੇਦ ਹੋ ਜਾਂਦੇ ਨੇ। ਜਿਵੇਂ ਹਜ਼ੂਰ ਨੇ ਪਿੱਛੇ ਜਪਜੀ ਸਾਹਿਬ ਜੀ ਦੇ ਵਿੱਚ ਆਖਿਆ ਸੀ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ। ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈ ਜਾਂਦੇ ਨੇ, ਫਿਰ ਉਹਨਾਂ ਦਾ ਕੋਈ ਵੱਖਰਾ ਰੰਗ ਰੂਪ ਨਹੀਂ ਜਾਣਿਆ ਜਾਂਦਾ। ਇਸੇ ਤਰ੍ਹਾਂ ਹੈ ਵਾਹਿਗੁਰੂ ਜੀ, ਤੇਰੇ ਜਸ ਨੂੰ ਕਹਿਣ ਵਾਲੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਸ ਉਚਾਰਨ ਕਰ ਰਹੇ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਸਭ ਸੁਰਤੀ ਮਿਲ ਸੁਰਤ ਕਮਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਭ ਸੁਰਤੀ ਮਿਲ, ਸੁਰਤੀ ਦਾ ਅਰਥ ਹੈ ਸੁਰਤ ਜੋੜਨ ਵਾਲਿਆਂ ਨੇ। ਜਿੰਨੇ ਵੀ ਸੁਰਤ ਜੋੜਨ ਵਾਲੇ ਨੇ ਔਰ ਉਹਨਾਂ ਨੇ ਆਪਣੀ ਸੁਰਤ ਨੂੰ ਜੋੜ ਕੇ ਤੇ ਆਪਸ ਵਿੱਚ ਮਿਲ ਬੈਠ ਕੇ ਸੁਰਤ ਕਮਾਈ, ਸੁਰਤ ਦੀ ਕਮਾਈ ਕੀਤੀ। ਭਾਵ ਬਹੁਤ ਸਾਰੇ ਇਹੋ ਜਿਹੇ ਮਹਾਂਪੁਰਖ ਵੀ ਹਨ ਜਿਹੜੇ ਆਪਣੀ ਸੁਰਤ ਨੂੰ ਜੋੜ ਕੇ ਸਮਾਧੀ ਵਿੱਚ ਲੀਨ ਹੋ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਦੇ ਲਈ ਸੁਰਤ ਦੀ ਕਮਾਈ ਕਰਦੇ ਨੇ। ਸੁਰਤ ਦੀ ਕਮਾਈ ਤੋਂ ਮੁਰਾਦ ਹੈ ਉਹ ਆਪਣੀ ਸੁਰਤ ਨਾਲ ਵਾਹਿਗੁਰੂ ਦਾ ਸਿਮਰਨ ਕਰਦੇ ਨੇ। ਇੱਕ ਤੇ ਰਸਨਾ ਤੋਂ ਨਾਮ ਜਪਿਆ ਜਾਂਦਾ ਹੈ ਨਾ, ਦੂਸਰਾ ਸੁਰਤ ਦੁਆਰਾ ਸਿਮਰਨ ਕਰਨਾ, ਸੁਰਤ ਨੂੰ ਸ਼ਬਦ ਵਿੱਚ ਜੋੜਨਾ, ਇਹ ਸੁਰਤ ਦੀ ਕਮਾਈ ਹੈ। ਹਜ਼ੂਰ ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ। ਜਿੰਨੇ ਵੀ ਸੁਰਤ ਜੋੜਨ ਵਾਲੇ ਨੇ ਔਰ ਉਹਨਾਂ ਸਾਰੇ ਗੁਰਮੁਖਾਂ ਨੇ ਮਹਾਂਪੁਰਖਾਂ ਨੇ ਮਿਲ ਕੇ ਸੁਰਤ ਦੀ ਕਮਾਈ ਕੀਤੀ। ਭਾਵ ਸੁਰਤ ਜੋੜ ਕੇ ਸੁਰਤ ਸ਼ਬਦ ਦਾ ਸੁਮੇਲ ਕਰਕੇ ਉਹਨਾਂ ਨੇ ਨਾਮ ਦੀ ਕਮਾਈ ਕੀਤੀ, ਸਿਮਰਨ ਦਾ ਅਭਿਆਸ ਕੀਤਾ। ਸਭ ਕੀਮਤ ਮਿਲ ਕੀਮਤ ਪਾਈ। ਔਰ ਉਹਨਾਂ ਦੇ ਨਾਲ ਹੀ ਜਿੰਨੇ ਵੀ ਕੀਮਤ ਪਾਉਣ ਵਾਲੇ ਸਨ, ਇਹਦਾ ਮਤਲਬ ਇਹ ਹੈ ਇੱਕ ਤਾਂ ਸੁਰਤ ਦੀ ਕਮਾਈ ਕਰਨ ਵਾਲੇ ਲੋਕ ਸਨ ਤੇ ਦੂਸਰੇ ਜਿਹੜੇ ਕੋਈ ਹੋਰ ਸਾਧਨ ਤਪੱਸਿਆ ਯੱਗ ਯੋਗ ਆਦਿ ਕਰਨ ਵਾਲੇ ਸਨ। ਹੋਰ ਜਿਹੜੇ ਸਾਧਨ ਕਰਨ ਵਾਲੇ ਲੋਕ ਸਨ, ਜਿਹੜੇ ਵਾਹਿਗੁਰੂ ਦੀ ਕੀਮਤ ਪਾਉਣਾ ਚਾਹੁੰਦੇ ਸਨ, ਉਹ ਕੀਮਤ ਪਾਉਣ ਵਾਲਿਆਂ ਨੇ ਮਿਲ ਕੇ ਯਤਨ ਕੀਤਾ ਬਈ ਕਿਸੇ ਸਾਧਨ ਦੁਆਰਾ, ਤਪੱਸਿਆ ਦੁਆਰਾ, ਭਗਤੀ ਦੁਆਰਾ, ਘਾਲਣਾ ਦੁਆਰਾ ਕੀਮਤ ਪਾਈ, ਉਸ ਵਾਹਿਗੁਰੂ ਦੀ ਕੀਮਤ ਪਾਈ ਜਾ ਸਕੇ। ਪਰ ਉਹ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਨੂੰ ਪਾ ਨਹੀਂ ਸਕੇ। ਕੀਮਤ ਪਾਉਣ ਵਾਲਿਆਂ ਨੇ ਵੀ ਮਿਲ ਕੇ ਕੀਮਤ ਪਾਈ ਦਾ ਅਰਥ ਹੈ ਕੀਮਤ ਪਾਉਣ ਦਾ ਯਤਨ ਕੀਤਾ, ਕੋਸ਼ਿਸ਼ ਜ਼ਰੂਰ ਕੀਤੀ ਵੀ ਅਸੀਂ ਕਿਸੇ ਹੋਰ ਸਾਧਨ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰ ਲਈਏ, ਪਰ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਪਿਆ। ਗਿਆਨੀ ਧਿਆਨੀ ਗੁਰ ਗੁਰ ਹਾਈ। ਹਜ਼ੂਰ ਕਹਿੰਦੇ ਨੇ ਬਹੁਤ ਸਾਰੇ ਗਿਆਨੀ ਲੋਕ ਜਿਹੜੇ ਕੋਈ ਗੁਰਬਾਣੀ ਦੇ ਖੋਜੀ ਨੇ, ਗੁਰਬਾਣੀ ਦਾ ਗਿਆਨ ਰੱਖਦੇ ਨੇ, ਹੋਰ ਧਰਮ ਗ੍ਰੰਥਾਂ ਦਾ ਵੀ ਬੋਧ ਜਿਨ੍ਹਾਂ ਨੇ ਪ੍ਰਾਪਤ ਕੀਤਾ ਹੋਇਆ, ਜਿਹੜੇ ਐਸੇ ਗਿਆਨੀ ਲੋਕ ਨੇ ਤੇ ਧਿਆਨੀ, ਧਿਆਨ ਲਾਉਣ ਵਾਲੇ, ਜਿੰਨੇ ਵੀ ਗਿਆਨੀ ਤੇ ਧਿਆਨੀ ਨੇ ਤੇ ਗੁਰ ਗੁਰ ਹਾਈ, ਜਿਹੜੇ ਗੁਰੂਆਂ ਦੇ ਗੁਰੂ ਵੀ ਹਾਈ ਦਾ ਅਰਥ ਬਣੇ ਹੋਏ ਨੇ। ਗੁਰ ਗੁਰ ਹਾਈ ਜਿਹੜੇ ਗੁਰੂਆਂ ਦੇ ਗੁਰੂ ਬਣੇ ਹੋਏ ਨੇ, ਉਹਨਾਂ ਨੇ ਵੀ ਰਲ ਮਿਲ ਕੇ ਯਤਨ ਕੀਤਾ। ਜਿਵੇਂ ਸਿੱਧਾਂ ਦੇ ਬਾਰੇ ਸਿੱਧ ਗੋਸ਼ਟ ਬਾਣੀ ਵਿੱਚ ਜ਼ਿਕਰ ਆਇਆ ਹੈ, ਸਾਧਕ ਸਿੱਧ ਗੁਰੂ ਬਹੁ ਚੇਲੇ, ਖੋਜਤ ਫਿਰੈ ਫੁਰਮਾਣੈ, ਮੰਗੈ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕੋ ਕੁਰਬਾਨੇ। ਜਿਹੜੇ ਗਿਆਨੀ ਧਿਆਨੀ ਲੋਕ ਨੇ ਤੇ ਬਾਕੀ ਜਿਹੜੇ ਗੁਰੂਆਂ ਦੇ ਵੱਡੇ ਗੁਰੂ ਆਪਣੇ ਆਪ ਨੂੰ ਮੰਨਦੇ ਨੇ,
ਉਹਨਾਂ ਨੇ ਵੀ ਯਤਨ ਕੀਤੇ ਨੇ। ਤੇ ਜਾਂ ਜਿਵੇਂ ਦੇਵਤਿਆਂ ਦਾ ਗੁਰੂ ਬ੍ਰਹਸਪਤ ਹੈ ਔਰ ਉਹਨੇ ਵੀ ਯਤਨ ਕੀਤੇ, ਹੋਰ ਵੀ ਜਿਹੜੇ ਗੁਰੂਆਂ ਦੇ ਵੱਡੇ ਗੁਰੂ ਨੇ ਉਹਨਾਂ ਨੇ ਯਤਨ ਕੀਤੇ। ਗੌਰ ਗੁਰਹਾਈ ਜਿਹੜਾ ਸ਼ਬਦ ਹੈ ਇਹਦੇ ਹੋਰ ਵੀ ਕਈ ਅਰਥ ਵਿਦਵਾਨਾਂ ਨੇ ਕੀਤੇ ਨੇ। ਗੌਰ ਗੁਰਹਾਈ ਵੀ ਜਿਹੜੇ ਗੁਰੂ ਸਨ ਤੇ ਗੁਰਹਾਈ ਗੁਰਭਾਈ ਸਨ। ਇੱਕ ਗੁਰੂ ਹੋ ਗਏ ਤੇ ਗੁਰਭਾਈ ਜਿਨ੍ਹਾਂ ਨੇ ਇੱਕੋ ਗੁਰੂ ਤੋਂ ਕੋਈ ਦੀਖਿਆ ਮੰਤਰ ਲਿਆ ਹੁੰਦਾ, ਉਹਨਾਂ ਨੇ ਵੀ ਯਤਨ ਕੀਤੇ। ਅਥਵਾ ਗੁਰ ਗੁਰਹਾਈ, ਗੁਰ ਦਾ ਅਰਥ ਹੈ ਪੂਜਨੀਕ ਦੇਵਤੇ, ਗੁਰ ਦਾ ਅਰਥ ਦੇਵਤੇ ਵੀ ਕਿਸੇ ਵਿਦਵਾਨ ਨੇ ਮਹਾਂਪੁਰਖ ਨੇ ਕੀਤਾ ਹੈ। ਤੇ ਗੁਰਹਾਈ ਉਹਨਾਂ ਦੇਵਤਿਆਂ ਨੂੰ ਹਾਈ ਨਾਸ ਕਰਨ ਵਾਲੇ ਕੌਣ? ਦੈਂਤ। ਇਹਦਾ ਮਤਲਬ ਇਹ ਹੋਇਆ ਵੀ ਦੇਵਤਿਆਂ ਨੇ ਵੀ ਤੇ ਦੈਂਤਾਂ ਨੇ ਵੀ, ਕਿਉਂਕਿ ਹੁਣ ਜਿਹੜਾ ਪ੍ਰਹਿਲਾਦ ਸੀ ਉਹ ਹਰਨਾਕਸ਼ ਦਾ ਪੁੱਤਰ ਸੀ। ਹਰਨਾਕਸ਼ ਇੱਕ ਦੈਂਤ ਬਿਰਤੀ ਵਾਲਾ ਮਨੁੱਖ ਸੀ। ਹਜ਼ੂਰ ਕਹਿੰਦੇ ਜਿੰਨੇ ਵੀ ਦੇਵਤੇ ਨੇ ਤੇ ਬਾਕੀ ਦੈਂਤ ਨੇ ਉਹਨਾਂ ਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਨਮੁਖ ਉਚਾਰਨ ਕਰ ਰਹੇ ਨੇ, ਹੇ ਵਾਹਿਗੁਰੂ ਜੀ ਤੇਰੀ ਵਡਿਆਈ ਤਿਲ ਮਾਤਰ ਵੀ, ਤਿਲ ਬਹੁਤ ਛੋਟਾ ਹੁੰਦਾ ਹੈ, ਇਸ ਤੋਂ ਭਾਵ ਹੈ ਰੰਚਕ ਪਰ, ਰਤੀ ਪਰ, ਥੋੜੇ ਮਾਤਰ ਵੀ ਤੇਰੀ ਵਡਿਆਈ ਕਹਿਣ ਨਾ ਜਾਈ, ਉਹਨਾਂ ਤੋਂ ਕਹੀ ਨਹੀਂ ਜਾ ਸਕੀ। ਯਤਨ ਤਾਂ ਬਥੇਰਿਆਂ ਨੇ ਕੀਤਾ ਹੈ ਪਰ ਤੇਰੀ ਵਡਿਆਈ ਇੰਨੀ ਵੱਡੀ ਹੈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹੇ। ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਹਿਣ ਵਿੱਚ ਆਉਂਦੀ ਹੀ ਨਹੀਂ, ਇਸ ਲਈ ਫਿਰ ਕਿਵੇਂ ਉਸ ਨੂੰ ਕੋਈ ਬਿਆਨ ਕਰ ਸਕਦਾ ਸੀ। ਹਜ਼ੂਰ ਦੇ ਬਚਨ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇਹ ਵਾਹਿਗੁਰੂ ਦੀ ਬੇਅੰਤ ਵਡਾਈ ਹੈ। ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਲਿਖਿਆ ਹੈ, ਸ਼ੇਸ਼ ਨਾਗ ਸਿਰ ਸਹਿਸ ਬਨਾਈ, ਦੁਐ ਸੰਸ ਰਸਨਾ ਸੁਹਾਈ, ਰਾਟਤ ਅਵ ਲਗੇ ਨਾਮ ਅਪਾਰਾ, ਤੁਮਰੋ ਤਉ ਨ ਪਾਵਤ ਪਾਰਾ। ਹੇ ਵਾਹਿਗੁਰੂ ਜੀ, ਸ਼ੇਸ਼ ਨਾਗ ਜਿਸ ਦਾ 1000 ਮੂੰਹ ਹੈ, 2000 ਉਸ ਦੀਆਂ ਜ਼ੁਬਾਨਾਂ ਨੇ, ਨਿਤ ਨਵੇਂ ਤੋਂ ਨਵੇਂ ਤੇਰੇ ਨਾਮ ਉਚਾਰਨ ਕਰ ਰਿਹਾ ਹੈ, ਤੇਰੀ ਸਿਫਤ ਸਲਾਹ ਕਰ ਰਿਹਾ ਹੈ, ਪਰ ਉਹ ਵੀ ਤੇਰਾ ਅੰਤ ਨਹੀਂ ਪਾ ਸਕਦਾ। ਤੇ ਜਿਸ ਮਨੁੱਖ ਦੀ ਜ਼ੁਬਾਨ ਹੀ ਇੱਕ ਹੈ, ਜਿਹਵਾ ਇਹ ਕਵਨ ਗੁਣ ਕਹੀ ਹੈ, ਉਹ ਕੀ ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਕੋਸ਼ਿਸ਼ ਤਾਂ ਕੀਤੀ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੈ ਵਾਹਿਗੁਰੂ ਜੀ ਤੇਰੀ ਵਡਿਆਈ ਤਿਲ ਮਾਤਰ ਵੀ ਕਹੀ ਨਹੀਂ ਜਾ ਸਕਦੀ, ਭਾਵ ਯਤਨ ਕਰਨ ਦੇ ਬਾਵਜੂਦ ਵੀ ਉਹ ਤੇਰੀ ਵਡਿਆਈ ਨੂੰ ਬਿਆਨ ਨਹੀਂ ਕਰ ਸਕੇ। ਸਭ ਸਤ ਸਭ ਤਪ ਸਭ ਚੰਗਿਆਈਆਂ। ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਸਤ ਨੇ, ਸਤ ਦਾ ਅਰਥ ਹੈ ਸਤ ਪ੍ਰਤੱਗੀ ਹੋਣਾ, ਜਾਂ ਸਤ ਤੋਂ ਮੁਰਾਦ ਹੈ ਸਤ ਸੰਤੋਖ ਆਦਿ ਗੁਣਾਂ ਨੂੰ ਧਾਰਨ ਕਰਨਾ, ਅਥਵਾ ਸਤ ਦਾ ਅਰਥ ਪੁੰਨ ਦਾਨ ਕਰਨਾ ਵੀ ਕੀਤਾ ਜਾਂਦਾ ਹੈ। ਹਜ਼ੂਰ ਕਹਿੰਦੇ ਵੀ ਸਭ ਸਤ, ਜਿਤਨੇ ਵੀ ਸਤ ਸੰਤੋਖ ਆਦਿ ਗੁਣ ਨੇ, ਤੇ ਜਾਂ ਪੁੰਨ ਦਾਨ ਕਰਨਾ ਹੈ, ਤੇ ਸਭ ਤਪ, ਤੇ ਜਿੰਨੇ ਸਾਰੇ ਤਪ ਨੇ, ਸਭ ਚੰਗਿਆਈਆਂ ਤੇ ਸਾਰੀਆਂ ਹੀ ਚੰਗਿਆਈਆਂ, ਭਾਵ ਜਿੰਨੇ ਵੀ ਨੇਕੀ ਦੇ ਪਰਉਪਕਾਰ ਦੇ ਕੰਮ ਨੇ ਉਹਨਾਂ ਨੂੰ ਚੰਗਿਆਈਆਂ ਕਹਿੰਦੇ ਨੇ। ਸਾਰੇ ਸਤ, ਸਾਰੇ ਤਪ ਤੇ ਸਾਰੀਆਂ ਹੀ ਚੰਗਿਆਈਆਂ, ਜਿੰਨੇ ਵੀ ਲੋਕ ਭਲਾਈ ਦੇ ਕੰਮ ਹਨ, ਸਿੱਧਾ ਪੁਰਖਾ ਕੀਆ ਵਡਿਆਈਆਂ। ਇਹਦੇ ਨਾਲ ਹੀ ਜਿਹੜੇ ਕੋਈ ਸਿੱਧ ਪੁਰਸ਼ ਨੇ, ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਉਹਨਾਂ ਸਿੱਧਾਂ ਪੁਰਖਾਂ ਦੀਆਂ ਜੋ ਵਡਿਆਈਆਂ ਨੇ, ਕਿਉਂਕਿ ਰਿੱਧੀ ਸਿੱਧੀ ਵਾਲੇ ਲੋਕ ਉਹ ਵੀ ਸ਼ਕਤੀ ਨਾਲ ਸੰਸਾਰ ਦੇ ਵਿੱਚ ਆਪਣੀ ਪੂਜਾ ਕਰਵਾਉਂਦੇ ਨੇ। ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ, ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ। ਅੱਗੇ ਸ੍ਰੀ ਰਾਗ ਦੇ ਵਿੱਚ ਸ਼ਬਦ ਆਵੇਗਾ ਜਿਹਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਵੀ ਸਿੱਧ ਹੋ ਕੇ ਕਈ ਸਿੱਧੀਆਂ ਦਾ ਪ੍ਰਯੋਗ ਕਰਦੇ ਨੇ, ਕਦੇ ਆਪਣੇ ਆਪ ਨੂੰ ਗੁਪਤ ਕਰ ਲੈਂਦੇ ਨੇ, ਕਦੇ ਪ੍ਰਗਟ ਕਰ ਲੈਂਦੇ ਨੇ,
ਤੇ ਫਿਰ ਆਪਣੀ ਪੂਜਾ ਵੀ ਕਰਵਾਉਂਦੇ ਨੇ। ਹਜ਼ੂਰ ਕਹਿੰਦੇ ਜਿਹੜੀਆਂ ਐਸੀਆਂ ਸਿੱਧ ਪੁਰਸ਼ਾਂ ਦੀਆਂ ਵਡਿਆਈਆਂ ਨੇ ਔਰ ਉਹ ਵੀ ਵਾਹਿਗੁਰੂ ਪਰਮੇਸ਼ਰ ਦੀ ਹੀ ਸਭ ਤੋਂ ਵੱਡੀ ਦੇਣ ਹੈ। ਬੁੱਧ ਬਿਨ ਸਿੱਧੀ ਕਿਨੈ ਨਾ ਪਾਈਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਕਹਿ ਰਹੇ ਨੇ, ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਕਿਸੇ ਨੇ ਵੀ ਕਿਸੇ ਸਿੱਧੀ ਨੂੰ ਪ੍ਰਾਪਤ ਨਹੀਂ ਕੀਤਾ।